ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਚੈਪਟਰ ਨੰਬਰ 1 ਆਫ ਕਲਾਸ 7th ਦੈਟ ਇਜ਼ ਟਿਸ਼ੂ। ਠੀਕ ਹੈ, ਟਿਸ਼ੂ ਵਿੱਚ ਕੀ ਹੈ ਮੇਨਲੀ ਆਪਾਂ ਪੜਾਂਗੇ ਸਭ ਤੋਂ ਪਹਿਲਾਂ ਤਾਂ ਕਿ ਜਿਹੜੇ ਸੈਲਸ ਹੁੰਦੇ ਆ ਇਹਦੇ ਵਿੱਚ ਟਿਸ਼ੂ ਵਿੱਚ ਮੇਨਲੀ ਕੀ ਹੈ ਕਿ ਸੈਲਸ ਨੂੰ ਜੋੜ ਕੇ ਕੀ ਹੈ ਟਿਸ਼ੂ ਬਣਦੇ ਆ। ਠੀਕ ਹੈ, ਟਿਸ਼ੂਜ਼ ਨੂੰ ਜੋੜ ਕੇ ਆਰਗਨ ਬਣਦੇ ਆ, ਫਿਰ ਆਰਗਨ ਸਿਸਟਮ ਬਣਦਾ, ਫਿਰ ਆਰਗੈਨਿਜ਼ਮ ਬਣਦਾ। ਇਹਦੇ ਵਿੱਚ ਮੇਨਲੀ ਆਪਾਂ ਕੰਟਰੋਲ ਐਂਡ ਕੋਆਰਡੀਨੇਸ਼ਨ ਬਾਰੇ ਪੜਾਂਗੇ ਕਿ ਕਿਵੇਂ ਆਪਾਂ ਸਾਰੇ ਆਪਣੇ ਫੰਕਸ਼ਨ ਪਰਫਾਰਮ ਕਰਦੇ ਆ, ਕਿਵੇਂ ਆਪਣੀ ਜਿਹੜੀ ਬਾਡੀ ਹੈ ਵਰਕ ਕਰਦੀ ਹੈ, ਕਿਵੇਂ ਮਸਲਸ ਹੁੰਦੇ ਆ, ਕਾਰਟਿਲੇਜ ਹੁੰਦਾ, ਟੈਂਡਨਸ ਹੁੰਦੇ, ਉਹ ਸਾਰਾ ਕੁਝ ਆਪਾਂ ਇਸ ਟਿਸ਼ੂ ਚੈਪਟਰ ਵਿੱਚ ਪੜਾਂਗੇ। ਠੀਕ ਹੈ, ਆਪਣੇ ਮੀਨਸ ਆਪਣੇ ਬਾਡੀ ਪਾਰਟਸ ਦੇ ਵਿੱਚ ਕਿਵੇਂ ਸਾਰੇ ਸੈਲਸ ਜੋੜ ਕੇ ਟਿਸ਼ੂ ਬਣਾ ਕੇ ਕਿਵੇਂ ਫੰਕਸ਼ਨਸ ਪਰਫਾਰਮ ਕਰਦੇ ਆ। ਤਾਂ ਕਹਿੰਦੇ ਇਨ ਕਲਾਸ 6 ਯੂ ਹੈਵ ਲਰਨਡ ਦੈਟ ਸੈੱਲ ਇਜ਼ ਅ ਯੂਨਿਟ ਆਫ ਸਟਰਕਚਰ ਐਂਡ ਫੰਕਸ਼ਨ ਆਫ ਲਾਈਫ। ਆਪਾਂ ਕਲਾਸ 6 ਸੈੱਲ ਚੈਪਟਰ ਵਿੱਚ ਪੜ੍ਹਿਆ ਸੀਗਾ ਕਿ ਜੋ ਵੀ ਆਪਣਾ ਸਟਰਕਚਰਲ ਅਤੇ ਫੰਕਸ਼ਨਲ ਯੂਨਿਟ ਆਫ ਲਾਈਫ ਹੈ, ਜੋ ਛੋਟੀ ਤੋਂ ਛੋਟੀ ਚੀਜ਼ ਆਪਣੇ ਬਾਡੀ ਦੇ ਅੰਦਰ ਪ੍ਰੈਜ਼ੈਂਟ ਹੁੰਦੀ ਹੈ, ਦੈਟ ਇਜ਼ ਅ ਸੈੱਲ। ਠੀਕ ਹੈ, ਅਤੇ ਸਾਰੇ ਲਿਵਿੰਗ ਆਰਗੈਨਿਜ਼ਮਸ ਜਿਹੜੇ ਹੁੰਦੇ ਆ ਉਹ ਕੀ ਹੈ ਸੈਲਸ ਨੂੰ ਜੋੜ ਕੇ ਬਣੇ ਹੁੰਦੇ ਆ। ਮਤਲਬ ਉਹਨਾਂ 'ਚ ਸੈਲਸ ਜੁੜੇ ਹੁੰਦੇ ਆ ਅਤੇ ਉਹਨਾਂ ਵਿੱਚ ਸੈਲਸ ਕੰਟੇਨ ਹੁੰਦੇ ਆ, ਸੈਲਸ ਨੂੰ ਜੋੜ ਕੇ ਉਹ ਆਰਗੈਨਿਜ਼ਮ ਬਣ ਜਾਂਦੇ ਆ। ਇੱਕ ਹੁੰਦੇ ਆਪਣੇ ਕੋਲ ਸਿੰਗਲ ਸੈਲਡ ਆਰਗੈਨਿਜ਼ਮ, ਇੱਕ ਹੁੰਦੇ ਆਪਣੇ ਕੋਲ ਮਲਟੀ ਸੈਲੂਲਰ ਆਰਗੈਨਿਜ਼ਮਸ। ਸਿੰਗਲ ਸੈਲਡ ਆਰਗੈਨਿਜ਼ਮ ਕਿਹੜੇ ਹੁੰਦੇ ਆ ਜਿਨ੍ਹਾਂ ਵਿੱਚ ਸਿੰਗਲ ਟਾਈਪ ਦਾ ਸੈੱਲ ਲੱਗਾ ਹੋਵੇ, ਅਤੇ ਜਿਹੜੇ ਸਿੰਗਲ ਸੈਲਡ ਆਰਗੈਨਿਜ਼ਮ ਹੁੰਦੇ ਆ ਉਹਨਾਂ ਵਿੱਚ ਜਿਹੜੀਆਂ ਸਾਰੀਆਂ ਲਾਈਫ ਪ੍ਰੋਸੈਸਿਸ ਹੈ ਜਿਵੇਂ ਕਿ ਨਿਊਟ੍ਰੀਸ਼ਨ, ਰੈਸਪੀਰੇਸ਼ਨ, ਐਕਸਕ੍ਰੀਸ਼ਨ, ਰੀਪਰੋਡਕਸ਼ਨ, ਇਹ ਸਾਰਾ ਕੁਛ ਕੀ ਹੈ ਇੱਕ ਸਿੰਗਲ ਸੈੱਲ ਪਰਫਾਰਮ ਕਰਦਾ। ਮਤਲਬ ਉਸ ਸਿੰਗਲ ਸੈਲਡ ਆਰਗੈਨਿਜ਼ਮ ਵਿੱਚ ਇੱਕ ਸਿੰਗਲ ਸੈੱਲ ਲੱਗਿਆ ਹੋਊਗਾ, ਉਹ ਸਿੰਗਲ ਸੈੱਲ ਹੀ ਸਾਰਾ ਕੁਛ ਨਿਊਟ੍ਰੀਸ਼ਨ ਹੋਊਗੀ, ਰੈਸਪੀਰੇਸ਼ਨ, ਐਕਸਕ੍ਰੀਸ਼ਨ, ਜੋ ਵੀ ਮੇਨ ਸਾਰਾ ਵਰਕ ਹੁੰਦਾ ਹੈ ਆਰਗੈਨਿਜ਼ਮ ਦਾ ਉਹ ਸਾਰਾ ਕੁਛ ਸਿੰਗਲ ਸੈੱਲ ਥਰੂ ਹੋਊਗਾ। ਬਟ ਸੈਕਿੰਡ ਹੁੰਦਾ ਆਪਣੇ ਕੋਲ ਮਲਟੀ ਸੈਲੂਲਰ ਆਰਗੈਨਿਜ਼ਮਸ। ਮਲਟੀ ਸੈਲੂਲਰ ਆਰਗੈਨਿਜ਼ਮਸ ਕੀ ਹੁੰਦੇ ਆ ਜਿਨ੍ਹਾਂ ਵਿੱਚ ਮਤਲਬ 2 ਜਾਂ ਮੋਰ ਦੈਨ 2 ਟਾਈਪ ਆਫ ਟਿਸ਼ੂ 2 ਮੋਰ ਦੈਨ ਟਾਈਪ ਆਫ ਸੈਲਸ ਲੱਗੇ ਹੋਣ। ਠੀਕ ਹੈ, ਅਤੇ ਇਹ ਕੀ ਹੈ ਹਰੇਕ ਜਿਹੜਾ ਸੈੱਲ ਹੁੰਦਾ ਜਾਂ ਹਰੇਕ ਬਾਡੀ ਪਾਰਟ ਦਾ ਡਿਫਰੈਂਟ ਫੰਕਸ਼ਨ ਹੁੰਦਾ। ਜਿਹੜੇ ਸੈਲਸ ਹੈ ਸੈਲਸ ਬਾਅਦ 'ਚੋਂ ਆਪਾਂ ਔਰਗਨਾਈਜ਼ ਹੋ ਜਾਂਦੇ ਆ, ਸੈਲਸ ਨੂੰ ਜੋੜ ਕੇ ਟਿਸ਼ੂ ਬਣਾ ਲੈਂਦੇ ਹਾਂ, ਟਿਸ਼ੂਜ਼ ਨੂੰ ਜੋੜ ਕੇ ਆਰਗਨ, ਦੈਨ ਆਰਗਨ ਸਿਸਟਮ, ਬਾਅਦ ਸਾਰੇ ਆਰਗਨ ਸਿਸਟਮਸ ਨੂੰ ਕਲੈਕਟਿਵਲੀ ਕਲੈਕਟ ਕਰਕੇ ਇੱਕ ਆਰਗੈਨਿਜ਼ਮ ਬਣ ਜਾਂਦਾ ਹੈ। ਇਹ ਤਾਂ ਆਪਾਂ ਸਾਰਾ ਕੁਝ ਪੜ੍ਹਿਆ ਸੀ ਟਿਲ 6th ਕਲਾਸ। ਹੁਣ ਆਪਣਾ 7th ਕਲਾਸ ਦਾ ਫਸਟ ਮੇਨ ਟੋਪਿਕ ਹੈ ਕਿ ਵਾਟ ਇਜ਼ ਆਰਗਨਾਈਜੇਸ਼ਨ। ਹੁਣ ਆਰਗਨਾਈਜੇਸ਼ਨ ਕੀ ਹੁੰਦਾ? ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਲਿਵਿੰਗ ਆਰਗੈਨਿਜ਼ਮ ਹੈ, ਜਿਹੜੇ ਆਪਣੇ ਹਿਊਮਨ ਬੀਇੰਗਸ ਆਪਾਂ ਐਜ਼ ਅ ਮਸ਼ੀਨ ਕੰਮ ਕਰਦੇ ਹਾਂ। ਮਸ਼ੀਨ ਹੀ ਆਪਾਂ ਮਤਲਬ ਕੋਈ ਵੀ ਆਪਾਂ ਡਿਫੀਕਲਟ ਟੂ ਡਿਫੀਕਲਟ ਟਾਸਕ ਈਜ਼ੀਲੀ ਕਰ ਲੈਂਦੇ ਹਾਂ ਤਾਂ ਆਪਾਂ ਐਜ਼ ਅ ਮਸ਼ੀਨ ਕੰਮ ਕਰਦੇ ਹਾਂ। ਜਿਵੇਂ ਕਹਿੰਦੇ ਮਸ਼ੀਨ ਵਿੱਚ ਡਿਫਰੈਂਟ ਪਾਰਟਸ ਲੱਗੇ ਹੁੰਦੇ ਆ, ਵੀ ਕਿਸੇ ਦਾ ਕੰਮ ਡਿਫਰੈਂਟ ਹੈ। ਅਤੇ ਜਿਵੇਂ ਆਪਣਾ ਮੰਨ ਲਓ ਮੋਬਾਈਲ ਹੀ ਹੈ, ਮੋਬਾਈਲ ਵਿੱਚ ਉਹ ਵਾਲੀ ਐਪ ਦਾ ਕੰਮ ਵੱਖਰਾ ਹੈ, ਉਹ ਵਾਲੀ ਐਪ ਦਾ ਕੰਮ ਵੱਖਰਾ ਹੈ, ਫਲੈਸ਼ ਲਾਈਟ ਦਾ ਕੰਮ ਡਿਫਰੈਂਟ ਹੈ। ਠੀਕ ਹੈ, ਉਵੇਂ ਜਿਹੜੇ ਆਪਣੇ ਲਿਵਿੰਗ ਆਰਗੈਨਿਜ਼ਮ ਹੈ ਉਹਨਾਂ ਵਿੱਚ ਵੀ ਜਿਹੜੇ ਡਿਫਰੈਂਟ ਬਾਡੀ ਪਾਰਟਸ ਹੁੰਦੇ ਆ, ਉਹ ਬਾਡੀ ਪਾਰਟਸ ਕੀ ਹੈ ਡਿਫਰੈਂਟ ਕੰਮ ਕਰਨ ਲਈ ਬਣੇ ਹੁੰਦੇ ਆ, ਡਿਫਰੈਂਟ ਕੰਮ ਕਰਦੇ ਆ, ਅਤੇ ਸਾਰੇ ਔਰਗਨਾਈਜ਼ਡ ਅਤੇ ਕੋਆਰਡੀਨੇਟਡ ਫੈਸ਼ਨ ਨਾਲ। ਔਰਗਨਾਈਜ਼ਡ ਮਤਲਬ ਕਿ ਆਪਣੇ ਮੰਨ ਲਓ ਹੈਂਡ ਨੇ ਮੂਵ ਕਰਨ ਦਾ ਕੰਮ ਹੈ, ਫਿੰਗਰਸ ਨੇ ਪਿਕ ਕਰਨ ਦਾ ਕੰਮ ਹੈ, ਇੱਕ ਵਧੀਆ ਔਰਗਨਾਈਜ਼ਡ ਮੈਨਰ ਨਾਲ ਕੰਮ ਕਰਦੇ ਆ। ਕੋਆਰਡੀਨੇਟਡ ਫੈਸ਼ਨ ਮਤਲਬ ਕਿ ਜੇ ਮੰਨ ਲਓ ਮੈਂ ਕਿਸੇ ਗਰਮ ਚੀਜ਼ ਨੂੰ ਹੱਥ ਲਗਾਇਆ ਤਾਂ ਇੱਕ ਕੋਆਰਡੀਨੇਸ਼ਨ ਬਣ ਜੂਗਾ ਕਿ ਮੇਰੇ ਸੈਂਸਰੀ ਜਿਹੜੇ ਮੇਰਾ ਹੱਥ ਹੈ ਉਹ ਮੇਰੇ ਬ੍ਰੇਨ ਨੂੰ ਸਿਗਨਲ ਭੇਜੂਗਾ ਕਿ ਕੁਛ ਗਰਮ ਚੀਜ਼ ਨੂੰ ਹੱਥ ਲੱਗ ਗਿਆ, ਫਿਰ ਬ੍ਰੇਨ ਫਟਾਫਟ ਮੇਰਾ ਕੀ ਹੈ ਹੈਂਡ ਨੂੰ ਸਿਗਨਲ ਭੇਜੂਗਾ ਕਿ ਹੱਥ ਪਿੱਛੇ ਕਰ ਲਾ, ਕੋਈ ਗਰਮ ਚੀਜ਼ ਨੂੰ ਹੱਥ ਲੱਗ ਗਿਆ। ਠੀਕ ਹੈ, ਤਾਂ ਹਮੇਸ਼ਾ ਆਪਣੀ ਬਾਡੀ ਪਾਰਟਸ ਕੀ ਹੈ ਕੋਆਰਡੀਨੇਸ਼ਨ ਨਾਲ ਕੰਮ ਕਰਦੇ ਆ। ਦੇਅਰਫੋਰ ਆਰਗਨਾਈਜੇਸ਼ਨ ਇਜ਼ ਦਾ ਮੈਨਰ। ਆਰਗਨਾਈਜੇਸ਼ਨ ਇੱਕ ਉਹ ਵਾਲਾ ਮੈਨਰ ਹੈ, ਇੱਕ ਉਹ ਵਾਲੀ ਚੀਜ਼ ਹੈ in which smaller unit of any structure or system are arranged to larger units। ਮਤਲਬ ਕਿ ਸਮਾਲਰ ਤੋਂ ਸਮਾਲਰ ਅਤੇ ਵੱਡੇ ਤੋਂ ਵੱਡੇ ਇੱਕ ਮਤਲਬ ਸਿਸਟੇਮੈਟਿਕ ਵੇ 'ਚ ਸਾਰੇ ਕੀ ਹੈ ਕੰਮ ਕਰਦੇ ਆ, ਅਤੇ ਉਹ ਸਿਸਟੇਮੈਟਿਕ ਵੇ ਵਿੱਚ ਜਦੋਂ ਅਰੇਂਜ ਹੋ ਜਾਂਦੀ ਹੈ ਸਮਾਲਰ ਯੂਨਿਟਸ ਅਤੇ ਲਾਰਜਰ ਯੂਨਿਟਸ ਸਾਰੀਆਂ ਸਿਸਟੇਮੈਟਿਕ ਵੇ 'ਚ ਹੁੰਦੀ ਹੈ, ਸਿਸਟੇਮੈਟਿਕ ਵੇ ਵਿੱਚ ਕੰਮ ਕਰਦੀਆਂ, ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਆਰਗਨਾਈਜੇਸ਼ਨ। ਠੀਕ ਹੈ, ਨੈਕਸਟ ਆਪਣੇ ਕੋਲ ਵਾਟ ਇਜ਼ ਦਾ ਪਰਪਸ ਆਫ ਆਰਗਨਾਈਜੇਸ਼ਨ ਇਨ ਲਿਵਿੰਗ ਆਰਗੈਨਿਜ਼ਮਸ। ਹੁਣ ਲਿਵਿੰਗ ਆਰਗੈਨਿਜ਼ਮਸ ਦੇ ਵਿੱਚ ਇਹ ਆਰਗਨਾਈਜੇਸ਼ਨ ਦਾ ਕੀ ਕੰਮ ਹੈ? ਆਰਗਨਾਈਜੇਸ਼ਨ ਦਾ ਮੇਨ ਕੀ ਕੰਮ ਹੈ ਕਿ ਜਿਹੜੇ ਵੀ ਆਪਣੇ ਫੰਕਸ਼ਨ ਹੋਣੇ, ਆਪਣੇ ਹੈਂਡ ਨੇ ਕੀ ਕੰਮ ਕਰਨਾ, ਆਪਣੇ ਲੈਗਸ ਨੇ ਕੀ ਕੰਮ ਕਰਨੀ ਹੈ, ਅਗਰ ਉਹ ਪ੍ਰੋਪਰ ਕੋਆਰਡੀਨੇਟਡ ਹੋਊਗਾ, ਆਰਗਨਾਈਜੇਸ਼ਨ ਇੱਕ ਬਣੀ ਹੋਊਗੀ ਤਾਂ ਹੀ ਆਪਣੇ ਕੰਮ ਈਜ਼ੀ ਹੋ ਸਕਣਗੇ। ਜਿਵੇਂ ਆਰਗਨਾਈਜੇਸ਼ਨ ਇਜ਼ ਬੈਨੀਫੀਸ਼ੀਅਲ ਟੂ ਮਲਟੀ ਸੈਲੂਲਰ ਆਰਗੈਨਿਜ਼ਮਸ। ਜਿਹੜੀ ਆਰਗਨਾਈਜੇਸ਼ਨ ਹੈ ਇਹ ਮਲਟੀ ਸੈਲੂਲਰ ਆਰਗੈਨਿਜ਼ਮਸ ਲਈ ਬਹੁਤ ਬੈਨੀਫੀਸ਼ੀਅਲ ਹੈ। ਮਲਟੀ ਸੈਲੂਲਰ ਕਿਵੇਂ? ਜਿਵੇਂ ਪਲਾਂਟਸ, ਹਿਊਮਨ ਬਾਡੀ, ਇਨਸੈਕਟਸ, ਇਹ ਸਾਰੇ ਮਲਟੀ ਸੈਲੂਲਰ ਆਰਗੈਨਿਜ਼ਮਸ ਹੈ।
इट्स परपस इन मल्टीसैलुलर ऑर्गेनिज्म इज़ द डिवीजन ऑफ लेबर। मतलब इन्हें ऑर्गेनाइजेशन ने हरेक बॉडी पार्ट ਨੂੰ हरेक आपदा डिफरेंट फंक्शन दसदे ने कि तेरा काम लिखण दा, तेरा काम बोलन दा, तेरा काम चलन दा, तेरा काम सोचन दा। ते हरेक मल्टीसैलुलर ऑर्गेनिज्म की है आपदा डिफरेंट काम करूगा। दिस हैल्प दैम टू कैरी आउट डिफरेंट फंक्शनस। इस तरीके नाल डिफरेंट फंक्शनस की है आराम नाल हो जाएंगे, मोर एफिशिएंटली हो जाएंगे तो कोआर्डिनेटेड फैशन नाल, कोआर्डिनेशन दे वे नाल। ठीक है, तो ये अपनी हैल्पफुल होंदी है ऑर्गेनाइजेशन दी बॉडी विच। लैवल्स ऑफ ऑर्गेनाइजेशन। हुण ऑर्गेनाइजेशन आई नहीं कि बस सिंपल हायर टू लोअर अटैच हो गया तो ऑर्गेनाइजेशन बन गई, इदां नहीं हुंदा। वो ऑर्गेनाइजेशन करन दे भी एक लैवल्स हुंदे आ, पहला छोटा लैवल, वड्डा लैवल, वो लैवल्स आपां पढ़न लगे हैं। ऑर्गेनाइजेशन इन लिविंग वर्ल्ड बिगेन्स एट द लैवल ऑफ सैल। ऑर्गेनाइजेशन सब तो पहला एक छोटे सैल तो शुरू होंदा है। आ सैल आ गया सब तो छोटा सैल। द ग्रुप ऑफ ऑर्गेनिजम्स अप टू द बायोस्फीयर। सारे ऑर्गेनिज्म जिन्ने भी अपने बायोस्फीयर तक ऑर्गेनिज्म थोनों लगते पे है, सारे ऑर्गेनिज्म विच सब तो छोटा ऑर्गेनाइजेशन सब तो पहला की है सैल है। द ऑर्गेनाइजेशन बिकम मोर एंड मोर कंपलैक्स स्टैप बाय स्टैप। जिहड़ा ये ऑर्गेनाइजेशन है ये स्टैप बाय स्टैप होर भी कंपलैक्स होंदा जांदा है। कंपलैक्स मतलब फिर उन्हें टिश्यू बन जाएंगे, फिर वो ऑर्गनस बन जाएंगे, फिर ऑर्गन सिस्टम बन जू, फिर ऑर्गेनिज्म बन जू। मतलब हरेक स्टैप पर जी ऑर्गेनाइजेशन है वो कंपलैक्स होंदी जाती है, औखी होंदी जाती है। ईच स्टैप इन द ऑर्गेनाइजेशन रिप्रजेंट वन लैवल ऑफ द ऑर्गेनाइजेशन। जिहड़ा हरेक स्टैप आई जाऊगा ऑर्गेनाइजेशन का उन्होंने आपां की बोले चलांगे लैवल ऑफ ऑर्गेनाइजेशन। एंड ईच लैवल इज़ मोर कंपलैक्स टू द प्रीवियस। जे मैं इस तो अगे जावां, जे मान लो आप इत्थों गए सैल तो एक टिश्यू गए, तो टिश्यू का जिहड़ा ऑर्गेनाइजेशन होगी वो सैल नालों डिफरेंट होगी, नाले डिफिकल्ट होगी। फिर टिश्यू तो जो आप ऑर्गन जावांगे, ऑर्गनस की ऑर्गेनाइजेशन उदों भी डिफिकल्ट होगी टिश्यू नालों। मतलब जिवें जिवें आप उपर जा रहे हैं, हायर लैवल पर जा रहे हैं, उवें उवें की है जी ऑर्गेनाइजेशन आ वो डिफिकल्ट होंदी जा रही है। ठीक है, नैक्सट है अपने को लैवल्स दिते हुए थे। ऑर्गेनिज्म लैवल ऑफ ऑर्गेनाइजेशन, इत्थे अपने को बी ते हैगा ऑर्गेनिज्म लैवल। लैवल ऑफ ऑर्गेनाइजेशन लोअर टू ऑर्गेनिज्म, इत्थों अपने की है लोअर टू ऑर्गेनिज्म, इत्थे की है हायर टू ऑर्गेनिज्म। ये अपने 3 लैवल बनाए हुए हैं ए बी सी। सेंटर वाला हैगा बी ऑर्गेनिज्म, बी तो सारे छोटे छोटे ए ते बी तो सारे वड्डे वड्डे सी। ताई 3 लैवल्स है ऑर्गेनिज्म के, सॉरी ऑर्गेनाइजेशन के। ऑर्गेनिज्म लैवल ऑफ ऑर्गेनाइजेशन। हुण आपां सब तो पहला बी टाइप का पढ़न लगे हैं ऑर्गेनिज्म लैवल। ऑर्गेनिज्म लैवल की है हरेक इंडिविजुअल ऑर्गेनिज्म, भला वो यूनीसैलुलर है, भला वो मल्टीसैलुलर है, भला वो प्लांट है, भला वो एनीमल है, भला वो छोटे तो छोटा एक बैक्टीरियम है। ठीक है, हरेक का की है एक बायोलॉजिकल यूनिट है, हरेक के अंदर मतलब एक काम करन दा फंक्शन डिफरेंट है। उन्हें इन्हें अलग काम करना है, इन्हें अलग काम करना है। हरेक नूं आपां की डिफरेंट फंक्शन परफॉर्म करते देखते हैं। इट रिप्रजेंट ऑर्गेनिज्म लैवल ऑफ ऑर्गेनाइजेशन, तो इनू आपां बोलते हैं ऑर्गेनिज्म लैवल ऑफ ऑर्गेनाइजेशन। ठीक है, लैवल्स ऑफ ऑर्गेनाइजेशन लोअर टू ऑर्गेनिज्म। हुण जिहड़े अपने बी वाला सीगा ऑर्गेनिज्म, बी तो नीचे वाले सारे जिहड़े सी जिवें सैल, टिश्यू, ऑर्गन सिस्टम, ये सारे अपने किहड़े है लैवल ऑफ ऑर्गेनाइजेशन लोअर टू ऑर्गेनिज्म, ऑर्गेनिज्म तो नीचे वाले। ऑल ऑर्गेनिज्म यूनीसैलुलर और मल्टीसैलुलर आर फॉर्म्ड ऑफ सैल। जिहड़े मर्जी ऑर्गेनिज्म नूं वेख लीए, भला मल्टीसैलुलर है, भला यूनीसैलुलर है, सारे की है सैल्स नूं जोड़ के बने हुए हैं। तो द सैल्स आर एग्रीगेटेड ऑफ डिफरेंट मॉलीक्यूल्स, तो जिहड़े सैल्स है वो भी डिफरेंट मॉलीक्यूल्स नूं जोड़ के बने हुए हैं। ठीक है, तो जिहड़े लैवल ऑफ ऑर्गेनाइजेशन है, जिहड़े नीचे वाले है इहदे तो ऑर्गेनिज्म लैवल तो नीचे वाले है, उहदे विच मॉलीक्यूलर लैवल आ जाऊगा सब तो छोटा, भी मॉलीक्यूल्स नूं जोड़ के भी सैल बने। ठीक है, सब तो छोटा मॉलीक्यूलर लैवल आ जाऊगा, फिर आ जाऊगा सैलुलर लैवल, फिर टिश्यू, फिर ऑर्गन सिस्टम। तो ये अपने को सारे आ जाएंगे लैवल्स लोअर टू ऑर्गेनिज्म। नैक्सट आ गया आप फस्ट पढ़न लगे हैं मॉलीक्यूलर ऑर्गेनिज्म। मतलब जो सब तो बेसिक स्ट्रक्चर है, सैल तो भी पहले अगर आप किसी की गल करनी है तो गल करनी है आप मॉलीक्यूलर लैवल की। ठीक है, अपन पता है सारे लिविंग ऑर्गेनिजम्स की है सैल्स नूं जोड़ के बने हुए हैं। ठीक है, तो एक सैल के अंदर अज मैं मान लो अपने को सैल है, एक सैल के अंदर सैल ऑर्गेनलीज होंगे है। सैल ऑर्गेनलीज मतलब कि उहदे अंदर माइटोकॉन्ड्रिया हुंदा है, उहदे अंदर क्लोरोप्लास्ट हुंदा है, राइबोसोम्स हुंदे है, ये सारा कुछ की है सैल के अंदर हुंदा, जिन्हों आपां सैल ऑर्गेनलीज भी बोलते हैं। ये जिहड़े ऑर्गेनलीज सैल के अंदर प्रेजेंट हुंदे है
ਉਹ ਲਾਰਜ ਆਰਗੈਨਿਕ ਮੋਲੀਕਿਊਲਸ ਤੋਂ ਬਣੇ ਹੁੰਦੇ ਆ। ਉਹ ਆਰਗੈਨਿਕ ਮੋਲੀਕਿਊਲਸ ਤੋਂ ਬਣੇ ਹੁੰਦੇ ਆ। ਉਹ ਮੋਲੀਕਿਊਲਸ ਕਾਹਦੇ ਹੁੰਦੇ, ਜਾਂ ਤਾਂ ਪ੍ਰੋਟੀਨਸ ਦੇ ਹੋਣਗੇ, ਜਾਂ ਕਾਰਬੋਹਾਈਡਰੇਟਸ, ਫੈਟਸ, ਨਿਊਕਲਿਕ ਐਸਿਡ, ਕਿਸੇ ਚੀਜ਼ ਦੇ ਵੀ ਬਣੇ ਹੋ ਸਕਦੇ ਹੋ। ਠੀਕ ਹੈ, ਤੇ ਇਹ ਜਿਹੜੇ ਸਾਰੇ ਮੋਲੀਕਿਊਲਸ ਹੈ ਇਹ ਕੀ ਹੁੰਦੇ ਆ, ਡਿਫਰੈਂਟ ਐਲੀਮੈਂਟਸ ਤੋਂ ਗਾਂ ਬਣੇ ਹੁੰਦੇ ਆ। ਵੀ ਸਾਰੇ ਮੋਲੀਕਿਊਲਸ ਵੀ ਗਾਂ ਕੀ ਹੈ, ਵੇਰੀਅਸ ਐਲੀਮੈਂਟਸ ਤੋਂ ਬਣੇ ਹੁੰਦੇ ਆ। ਤੇ ਜੇ ਆਪਾਂ ਟੂਗੈਦਰ ਇਹਨਾਂ ਦੀ ਇੱਕ ਗੱਲ ਕਰੀਏ ਕਿ ਜੋ ਇੱਕ ਲਿਵਿੰਗ ਸਬਸਟੈਂਸ ਇਹਦੇ ਅੰਦਰ ਬਣ ਗਿਆ ਸੈੱਲ ਦੀ, ਐਕਚੁਅਲੀ ਕੀ ਹੈ, ਹਰੇਕ ਲਿਵਿੰਗ ਆਰਗੈਨਿਜ਼ਮ ਸੈੱਲ ਤੋਂ ਬਣਿਆ। ਤੇ ਸੈੱਲ ਵਿੱਚ ਵੀ ਕੀ ਹੈ, ਸੈੱਲ ਆਰਗੈਨਲੀਜ਼ ਹੁੰਦੇ ਆ। ਸੈੱਲ ਆਰਗੈਨਲੀਜ਼ ਮਤਲਬ ਮਾਈਟੋਕੌਂਡਰੀਆ, ਕਲੋਰੋਪਲਾਸਟ, ਰਾਈਬੋਸੋਮਸ। ਤੇ ਜਿਹੜੇ ਸਾਰੇ ਸੈੱਲ ਆਰਗੈਨਲੀਜ਼ ਹੈ ਇਹ ਅੱਗੇ ਆਰਗੈਨਿਕ ਮੋਲੀਕਿਊਲਸ ਤੋਂ ਬਣੇ ਹੁੰਦੇ ਆ। ਤੇ ਜਦੋਂ ਆਪਾਂ ਸਾਰੀ ਚੀਜ਼ਾਂ ਨੂੰ ਇਕੱਠੀਆਂ ਲੈ ਲੈਂਦੇ ਹਾਂ ਤਾਂ ਉਹਨੂੰ ਆਪਾਂ ਬੋਲਦੇ ਹਾਂ ਕਿ ਲਿਵਿੰਗ ਸਬਸਟੈਂਸ ਕਾਹਦੇ ਤੋਂ ਬਣਿਆ, ਪ੍ਰੋਟੋਪਲਾਜ਼ਮ ਤੋਂ। ਪ੍ਰੋਟੋਪਲਾਜ਼ਮ ਮਤਲਬ ਕਿ ਬਾਹਰਲੀ ਚੀਜ਼ ਨੂੰ ਆਪਾਂ ਸਾਈਟੋਪਲਾਜ਼ਮ ਕਹਿਣ ਲੱਗ ਜਾਂਦੇ ਹਾਂ, ਤੇ ਅੰਦਰ ਆਪਾਂ ਬੋਲਦੇ ਹਾਂ ਨਿਊਕਲੀਅਸ। ਠੀਕ ਹੈ, ਬਟ ਜਿਹੜਾ ਇਹ ਕਹਿੰਦੇ ਇੱਕ ਇਕੱਲਾ ਹੀ ਸੈੱਲ ਹੈ ਕਿ ਜਿਹੜਾ ਸਾਰਾ ਇਹ ਨਹੀਂ ਵੀ ਇਕੱਲਾ ਸੈੱਲ ਸਾਰੇ ਕੰਮ ਕਰ ਦੂਗਾ, ਲਿਵਿੰਗ ਯੂਨਿਟ ਨੂੰ ਪੂਰਾ ਕੰਪਲੀਟ ਕਰ ਦੂਗਾ, ਨਹੀਂ। ਇਹਦੇ ਵਿੱਚ ਕੀ ਹੈ, ਮੋਲੀਕਿਊਲਰ ਦਾ ਸਭ ਤੋਂ ਛੋਟਾ ਲੈਵਲ ਹੈ, ਸਭ ਤੋਂ ਲੋਐਸਟ ਲੈਵਲ ਹੈ ਮੋਲੀਕਿਊਲ। ਵੀ ਐਟਮਸ ਨੂੰ ਜੋੜ ਕੇ ਮੋਲੀਕਿਊਲਸ ਬਣ ਗਏ ਹੈ ਨਾ, ਫਿਰ ਮੋਲੀਕਿਊਲ ਨੂੰ ਜੋੜ ਕੇ ਜਿਵੇਂ ਕੰਪਾਊਂਡ ਬਣਦੇ ਆ, ਫਿਰ ਆਰਗੈਨਲੀਜ਼, ਫਿਰ ਸੈਲਸ। ਤਾਂ ਮੋਲੀਕਿਊਲ ਤਾਂ ਸਭ ਤੋਂ ਛੋਟਾ ਹੈਗਾ, ਵੀ ਮੋਲੀਕਿਊਲਸ ਨੇ ਸਾਰਾ ਕੰਮ ਨਹੀਂ ਕਰਨਾ। ਅੱਗੇ ਮੋਲੀਕਿਊਲਸ ਨੂੰ ਜੋੜ ਕੇ ਜੋ ਚੀਜ਼ ਬਣੂਗੀ, ਇੱਕ ਆਰਗੈਨਿਜ਼ਮ ਖੜਾ ਹੋਊਗਾ, ਉਹਨੇ ਫੰਕਸ਼ਨ ਪਰਫਾਰਮ ਕਰਨੇ ਆ। ਨੈਕਸਟ ਆ ਗਿਆ ਆਪਣੇ ਕੋਲ ਸੈਲੂਲਰ ਲੈਵਲ। ਮੋਲੀਕਿਊਲਰ ਲੈਵਲ ਤੋਂ ਬਾਅਦ ਆਪਾਂ ਪੜ੍ਹਿਆ ਸੀ ਸੈਲੂਲਰ ਲੈਵਲ। ਹੁਣ ਸੈਲੂਲਰ ਲੈਵਲ 'ਚ ਦੇਖੋ ਕੀ ਹੁੰਦਾ, ਜਿਹੜਾ ਸੈੱਲ ਹੁੰਦਾ ਉਹ ਸਮੋਲੈਸਟ ਲਿਵਿੰਗ ਯੂਨਿਟ ਹੈ ਜਿਹੜਾ ਐਗਜ਼ਿਸਟ ਇੰਡੀਪੈਂਡੈਂਟਲੀ ਕਰ ਲੈਂਦਾ ਤੇ ਸਾਰੀਆਂ ਲਾਈਫ ਦੀ ਐਕਟੀਵਿਟੀਜ਼ ਪਰਫਾਰਮ ਕਰ ਦਿੰਦਾ। ਸੈੱਲ ਜਿਹੜਾ ਆਪਣੀ ਬੋਡੀ 'ਚ ਸੈੱਲ ਹੈ ਉਹ ਇੱਕ ਸਭ ਤੋਂ ਛੋਟਾ ਲਿਵਿੰਗ ਯੂਨਿਟ ਹੈ ਜਿਹੜਾ ਐਗਜ਼ਿਸਟ ਕਰਦਾ ਇੰਡੀਪੈਂਡੈਂਟਲੀ। ਉਹਨੂੰ ਕਿਸੇ ਦੇ ਹੋਰ ਨਾਲ ਅਟੈਚ ਤੇ ਹੋਣ ਦੀ ਲੋੜ ਨਹੀਂ, ਕੰਬਾਈਨ ਹੋਣ ਦੀ ਲੋੜ ਨਹੀਂ, ਤੇ ਉਹ ਆਪਣੀ ਬੋਡੀ ਦੇ ਅੰਦਰ ਸਾਰੇ ਕੰਮ ਕਰ ਲੂਗਾ। ਯੂਨੀਸੈਲੂਲਰ ਆਰਗੈਨਿਜ਼ਮ ਜਿਹੜੇ ਹੁੰਦੇ ਜਿਵੇਂ ਅਮੀਬਾ, ਯੂਗਲੇਨਾ, ਪੈਰਾਮੀਸ਼ੀਅਮ, ਬੈਕਟੀਰੀਆ, ਇਹਨਾਂ ਸਾਰਿਆਂ ਦੀ ਲਾਈਫ ਐਕਟੀਵਿਟੀਜ਼ ਕੀ ਹੈ, ਸਿੰਗਲ ਸੈੱਲ ਨਾਲ ਹੀ ਹੋ ਜਾਂਦੀ ਹੈ। ਤਾਂ ਇਹਦਾ ਯੂਨੀ ਹੈ ਨਾ, ਯੂਨੀ ਮਤਲਬ ਵਨ, ਵੀ ਸਿੰਗਲ ਸੈੱਲ ਆਰਗੈਨਿਜ਼ਮ ਹੈਗੇ ਆ ਤੇ ਸਾਰਾ ਕੰਮ ਇਹ ਖੁਦ ਕਰ ਲੈਂਦੇ ਆ। ਬਟ ਜਿਹੜੇ ਸਿੰਪਲ ਮਲਟੀ ਸੈਲੂਲਰ ਆਰਗੈਨਿਜ਼ਮਸ ਹੈ ਜਿਵੇਂ ਐਲਗੇ, ਸਪੌਂਜਿਸ, ਇਹਨਾਂ ਨੂੰ ਆਪਾਂ ਬੋਲਦੇ ਹਾਂ ਸੈਲੂਲਰ ਲੈਵਲ ਆਫ ਆਰਗੇਨਾਈਜੇਸ਼ਨ, ਮਤਲਬ ਜਿਹੜੇ ਸੈਲਸ ਦੇ ਅਕੋਰਡਿੰਗ ਕੰਮ ਕਰਦੇ ਆ। ਇਹਨਾਂ ਦੇ ਸੈੱਲ ਕੀ ਹੈ, ਕਾਫੀ ਗਰੁੱਪ ਟੂਗੈਦਰ ਹੁੰਦੇ ਆ ਜਿਹੜੇ ਇੱਥੋਂ ਸਿੰਪਲ ਮਲਟੀ ਸੈਲੂਲਰ ਆਰਗੈਨਿਜ਼ਮ, ਇਹਨਾਂ ਦੇ ਸੈੱਲ ਕੀ ਹੈ, ਕੰਬਾਈਨ ਟੂਗੈਦਰ ਹੁੰਦੇ, ਇੱਦਾਂ ਸੈੱਲ ਕੰਬਾਈਨ ਟੂਗੈਦਰ ਹੈ। ਬਟ ਇਹ ਕੀ ਹੈ, ਡਿਫਰੈਂਟ ਫੰਕਸ਼ਨ ਨਹੀਂ ਪਰਫਾਰਮ ਕਰ ਸਕਦੇ। ਜੇ ਇੱਕ ਸਿੰਪਲ ਮਲਟੀ ਸੈਲੂਲਰ ਆਰਗੈਨਿਜ਼ਮ ਲੈ ਲਿਆ, ਮੰਨ ਲਓ ਆਪਾਂ ਐਲਗੇ ਹੀ ਲੈ ਲਿਆ, ਐਲਗੇ ਇੱਦਾਂ ਨਹੀਂਗਾ ਕਿ ਆਹ ਸੈੱਲ ਹੋਰ ਕੰਮ ਕਰੂ, ਉਹ ਸੈੱਲ ਹੋਰ ਕੰਮ ਕਰੂ, ਇਹ ਸਾਰੇ ਕੀ ਹੈ, ਇਕੱਠੇ ਕੰਮ ਕਰਦੇ ਆ। ਇਹਨਾਂ ਵਿੱਚ ਲੈਕ ਡਿਵੀਜ਼ਨ ਆਫ ਲੇਬਰ, ਇਹਨਾਂ ਵਿੱਚ ਹਰੇਕ ਸੈੱਲ ਕੋਈ ਡਿਫਰੈਂਟ ਕੰਮ ਨਹੀਂ ਕਰਦਾ। ਜਿਵੇਂ ਆਪਣੇ ਤਾਂ ਹਿਊਮਨ ਬੀਂਗਸ ਵਿੱਚ ਹੈਂਡ ਨੇ ਅਲੱਗ ਕੰਮ ਕਰਨਾ ਹੈ, ਹੈਂਡ ਦੇ ਸੈਲਸ ਨੇ, ਤੇ ਬ੍ਰੇਨ ਦੇ ਸੈਲਸ ਨੇ ਅਲੱਗ ਕੰਮ ਕਰਨਾ ਹੈ, ਬਟ ਇਹਨਾਂ ਵਿੱਚ ਕੀ ਹੈ, ਸਾਰੇ ਗਰੁੱਪ ਟੂਗੈਦਰ ਹੋ ਕੇ ਹੀ ਕੰਮ ਕਰਦੇ ਆ। ਤਾਂ ਇਹ ਆਪਣੀ ਐਗਜ਼ਾਮਪਲਸ ਆ ਗਈਆਂ ਅਮੀਬਾ, ਯੂਗਲੇਨਾ ਤੇ ਪੈਰਾਮੀਸ਼ੀਅਮ, ਜਿਹੜਾ ਕਿ ਯੂਨੀਸੈਲੂਲਰ ਆਰਗੈਨਿਜ਼ਮਸ ਹੈ, ਮਤਲਬ ਸੈਲੂਲਰ ਲੈਵਲ ਆਫ ਆਰਗੈਨਾਈਜੇਸ਼ਨ ਹੈ। ਨੈਕਸਟ ਆ ਗਿਆ ਆਪਣੇ ਕੋਲ ਟਿਸ਼ੂ ਲੈਵਲ। ਹੁਣ ਆਪਣੇ ਮੋਲੀਕੂਲਰ ਲੈਵਲ ਤੋਂ ਬਾਅਦ ਸੈਲੂਲਰ ਲੈਵਲ ਆਇਆ ਸੀ, ਹੁਣ ਸੈਲਸ ਨੂੰ ਜੋੜ ਕੇ ਟਿਸ਼ੂ ਲੈਵਲ ਆ ਗਿਆ। ਕਹਿੰਦੇ ਜਿਹੜੇ ਕੰਪਲੈਕਸ ਮਲਟੀ ਸੈਲੂਲਰ ਆਰਗੈਨਿਜ਼ਮਸ ਹੈ, ਠੀਕ ਹੈ, ਉਹਨਾਂ ਵਿੱਚ ਜਿਹੜੇ ਸੈਲਸ ਹੈ ਉਹ ਇੰਨੇ ਸਪੈਸ਼ਲਾਈਜ਼ਡ ਹੁੰਦੇ ਆ, ਵੀ ਇੰਨੇ ਵਧੀਆ ਅਰੇਂਜਡ ਹੁੰਦੇ ਆ ਕਿ ਸਾਰੇ ਆਪਦਾ ਸਪੈਸੀਫਿਕ ਵਧੀਆ ਫੰਕਸ਼ਨ ਸਾਰੇ ਕਰਦੇ ਰਹਿੰਦੇ ਆ। ਜਿਵੇਂ ਜਿਹੜੇ ਆਪਣੇ ਨਰਵ ਸੈਲਸ ਹੁੰਦੇ ਆ, ਨਰਵ ਸੈਲ ਦਾ ਆਪਣਾ ਕੰਮ ਕੀ ਹੈ, ਮੈਸੇਜ ਨੂੰ ਕੰਡਕਟ ਕਰਨਾ, ਵੀ ਆਪਣੇ ਹੈਂਡ ਜਾਂ ਆਪਣੇ ਸੈਂਸਰੀ ਆਰਗਨ ਤੋਂ ਮੈਸੇਜ ਲਿਆ, ਉਹਨੂੰ ਬ੍ਰੇਨ ਤੱਕ ਛੱਡਿਆ ਹੈ, ਜਾਂ ਬ੍ਰੇਨ ਨੇ ਆਪਣੇ ਥਰੂ ਸਪਾਈਨਲ ਕਾਰਡ ਆਪਣੇ ਸੈਂਸਰੀ ਆਰਗਨ ਤੱਕ ਮੈਸੇਜ ਭੇਜਤਾ। ਤਾਂ ਨਰਵ ਸੈਲ ਦਾ ਕੀ ਕੰਮ ਹੈ, ਮੈਸੇਜ ਕੰਡਕਟ ਕਰਨੇ। ਮਸਲ ਸੈਲਸ ਦਾ ਕੀ ਕੰਮ ਹੈ, ਮਸਲਸ ਕੀ ਹੈ, ਕੰਟਰੈਕਸ਼ਨ ਲਈ ਹੈਲਪਫੁਲ ਹੁੰਦੇ ਆ। ਆਰਬੀਸੀਜ਼, ਰੈੱਡ ਬਲੱਡ ਸੈੱਲ ਕੀ ਕਰਦੇ ਆ, ਆਕਸੀਜਨ ਜਾਂ ਹੋਰ ਮਤਲਬ ਗਲੈਂਡ ਸੈਲਸ ਨੂੰ ਆਪਣੀ ਬਲੱਡ ਵਿੱਚ ਸਕਰੀਟ ਕਰਕੇ ਆਉਂਦੇ ਆ, ਛੱਡ ਕੇ ਆਉਂਦੇ ਆ। ਠੀਕ ਹੈ, ਤਾਂ ਮਤਲਬ ਕੀ ਹੈ ਕਿ ਜਿਹੜੇ ਸੈਲਸ ਹੈ ਭਲੇ ਲੱਗਦੇ ਸੇਮ ਟਾਈਪ ਦੇ ਆ, ਦੇਖਣ ਸਾਰੇ ਸੇਮ ਹੀ ਹੁੰਦੇ ਆ, ਪਰ ਉਹ ਕੰਮ ਕੀ ਹੈ, ਵੱਖਰਾ ਸਾਰੇ ਕਰਦੇ ਆ। ਜਦੋਂ ਸਾਰੇ ਸੈਲਸ ਟੂਗੈਦਰ ਮਿਲ ਜਾਂਦੇ ਆ ਤਾਂ ਉਹਨੂੰ ਬੋਲਦੇ ਆਪਾਂ ਟਿਸ਼ੂ, ਤੇ ਇਹਨੂੰ ਆਪਾਂ ਬੋਲਦੇ ਹਾਂ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ। ਇੱਥੋਂ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ ਤੋਂ ਆਪਣੀ ਹੁਣ ਬਿਗਨਿੰਗ ਹੋਗੀ, ਵੀ ਹਰੇਕ ਜਿਹੜਾ ਸੈੱਲ ਹੈ, ਹਰੇਕ ਟਿਸ਼ੂ ਨੇ ਆਪਦਾ ਵੱਖਰਾ ਕੰਮ ਕਰਨਾ ਹੈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਆਰਗਨ ਲੈਵਲ। ਹੁਣ ਆਪਣੇ ਕੀ ਹੈ, ਮੋਲੀਕਿਊਲਸ ਨੂੰ ਜੋੜ ਕੇ ਸੈਲਸ ਬਣ ਗਏ ਸੀ, ਸੈਲਸ ਨੂੰ ਜੋੜ ਕੇ ਟਿਸ਼ੂ ਬਣ ਗਿਆ, ਹੁਣ ਟਿਸ਼ੂ ਨੂੰ ਜੋੜ ਕੇ ਬਣੂਗਾ ਆਰਗਨ। ਕਹਿੰਦੇ ਜਿਹੜੇ ਡਿਫਰੈਂਟ ਟਿਸ਼ੂਜ਼ ਹੈ ਉਹ
ਇਕੱਠੇ ਕੰਮ ਕਰਕੇ ਇੱਕ ਸਪੈਸ਼ਲਾਈਜ਼ਡ ਕੰਮ ਕਰਦੇ ਆ। ਮੰਨ ਲਓ ਜੇ ਮੇਰਾ ਹੈਂਡ ਹੈ, ਮੇਰੇ ਹੈਂਡ ਦੇ ਕੀ ਹੈ ਸਾਰੇ ਟਿਸ਼ੂ ਕੀ ਹੈ ਤੇ ਇਕੱਠੇ ਕੰਬਾਈਨ ਕਰਨਾ ਸ਼ੁਰੂ ਕਰ ਦੇਣਗੇ। ਇਕੱਠੇ ਕੰਬਾਈਨ ਕਰਕੇ ਉਹਨਾਂ ਨੇ ਇੱਕ ਆਰਗਨ ਬਣਾਤਾ, ਮੇਰਾ ਹੈਂਡ ਬਣਾਤਾ, ਤੇ ਹੁਣ ਉਹ ਇਕੱਠਾ ਕੰਮ ਕਰਨਗੇ, ਮਤਲਬ 5 ਉਂਗਲੀਆਂ ਮੇਰੀਆਂ ਇਕੱਠੇ ਕੰਮ ਕਰਨਗੀਆਂ। ਉਵੇਂ ਸਿਮਿਲਰਲੀ ਮੇਰਾ ਬ੍ਰੇਨ ਹੈ, ਕਿਡਨੀ, ਸਟਮਕ, ਇੰਟੈਸਟਾਈਨ, ਲੰਗਸ, ਹਾਰਟ, ਇਹ ਸਾਰਾ ਕੁਛ ਕੀ ਹੈ ਇੱਕ ਆਰਗਨ ਦੀ ਤਰ੍ਹਾਂ ਕੰਮ ਕਰਦੇ ਆ, ਮਤਲਬ ਸਾਰੇ ਟਿਸ਼ੂ ਇਹਦੇ ਵਿੱਚ ਕੰਬਾਈਨ ਕਰ ਦਿੰਦੇ ਤੇ ਇੱਕ ਵਧੀਆ ਸਪੈਸੀਫਾਈਡ ਆਰਗਨ ਵਾਂਗੂ ਕੰਮ ਕਰਦੇ ਆ। ਇਹ ਤਾਂ ਹੋ ਗਿਆ ਐਨੀਮਲਸ ਦੀ ਗੱਲ। ਜਿਵੇਂ ਪਲਾਂਟਸ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਰੂਟ, ਸਟੈਮ, ਲੀਫ, ਫਲਾਵਰ, ਇਹ ਸਾਰੇ ਕੀ ਹੈ ਆਰਗਨ ਲੈਵਲ ਆਫ ਆਰਗਨਾਈਜੇਸ਼ਨ ਇਨ ਪਲਾਂਟਸ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਆਰਗਨ ਸਿਸਟਮ ਲੈਵਲ, ਮਤਲਬ ਆਰਗੈਨਿਜ਼ਮ ਜਿਹਨੂੰ ਆਪਾਂ ਬੋਲਦੇ ਹਾਂ ਆਰਗਨ ਸਿਸਟਮ, ਵੀ ਪੂਰਾ ਇੱਕ ਆਰਗਨ ਸਿਸਟਮ ਬਣ ਗਿਆ ਹੁਣ ਆਪਣਾ ਇੱਕ। ਜਦੋਂ ਕਹਿੰਦੇ ਕਾਫੀ ਸਾਰੇ ਆਰਗਨਸ ਕੰਬਾਈਨ ਹੋ ਜਾਂਦੇ ਆ ਤਾਂ ਉਹ ਬਣਾ ਲੈਂਦੇ ਆ ਆਰਗਨ ਸਿਸਟਮ। ਤਾਂ ਹੁਣ ਉਹ ਜਿਹੜੇ ਜਿਵੇਂ ਆਪਣਾ ਮਾਊਥ ਹੈ, ਫੂਡ ਪਾਈਪ ਹੈ, ਸਟਮਕ ਹੈ, ਇੰਟੈਸਟਾਈਨ, ਰੈਕਟਮ, ਮਤਲਬ ਜਿਹੜਾ ਵੀ ਆਪਣੇ ਡਾਈਜੈਸਟਿਵ ਸਿਸਟਮ ਆ, ਪੂਰੇ ਡਾਈਜੈਸਟਿਵ ਸਿਸਟਮ ਵਿੱਚ ਤੁਹਾਨੂੰ ਜੋ ਵੀ ਪਾਰਟਸ ਦਿਖ ਰਹੇ ਆ ਉਹ ਸਾਰੇ ਆਰਗਨ ਸਿਸਟਮ ਲੈਵਲ ਹੈ, ਵੀ ਸਾਰੇ ਆਰਗਨਸ ਨੂੰ ਕੰਬਾਈਨ ਕਰਕੇ ਆਪਣੀ ਪੂਰੀ ਐਲੀਮੈਂਟਰੀ ਕੈਨਾਲ ਬਣ ਜਾਂਦੀ ਹੈ। ਠੀਕ ਹੈ, ਅਤੇ ਸਿਮਿਲਰਲੀ ਜਿਹੜਾ ਆਪਣਾ ਹਾਰਟ ਅਤੇ ਆਪਣਾ ਬਲੱਡ ਵੈਸਲਸ ਹੈ ਉਹ ਸਰਕੂਲੇਸ਼ਨ ਕਰਾਉਂਦੇ ਆ, ਬਲੱਡ ਦਾ ਪੂਰਾ ਸਰਕੂਲੇਸ਼ਨ ਕਰਾਉਂਦੇ ਆ ਬਾਡੀ ਵਿੱਚ, ਤਾਂ ਇਹਨੂੰ ਆਪਾਂ ਬੋਲਦੇ ਹਾਂ ਆਰਗਨ ਸਿਸਟਮ ਲੈਵਲ ਆਫ ਆਰਗਨਾਈਜੇਸ਼ਨ। ਕਹਿੰਦੇ ਆਪਣੀ ਬਾਡੀ ਦੀ ਤਰ੍ਹਾਂ ਜਿਹੜੇ ਪਲਾਂਟਸ ਹੁੰਦੇ ਆ ਉਹਨਾਂ ਵਿੱਚ ਵੀ ਆਰਗਨ ਸਿਸਟਮ ਹੁੰਦਾ ਹੈ। ਜਿਵੇਂ ਆਪਣੇ ਪਲਾਂਟ ਵਿੱਚ ਸ਼ੂਟ ਸਿਸਟਮ ਹੁੰਦਾ ਅਤੇ ਰੂਟ ਸਿਸਟਮ ਹੁੰਦਾ। ਠੀਕ ਹੈ, ਪਲਾਂਟ ਦੇ ਵਿੱਚ ਸ਼ੂਟ ਸਿਸਟਮ ਵੀ ਹੁੰਦਾ ਵੀ ਇੱਥੋਂ ਵੀ ਪਲਾਂਟ ਨੇ ਗਰੋ ਕਰਨਾ, ਪਲਾਂਟ ਨੇ ਰੂਟਸ ਤੋਂ ਵੀ ਗਰੋ ਕਰਨਾ। ਦ ਸ਼ੂਟ ਸਿਸਟਮ ਇਜ਼ ਫਾਰਮਡ ਆਫ ਸਟੈਮ, ਸ਼ੂਟ ਵਿੱਚ ਆ ਸਟੈਮ ਆ ਜਾਂਦੀ ਹੈ, ਸ਼ੂਟ ਸਿਸਟਮ, ਸ਼ੂਟ ਵਿੱਚ ਸਟੈਮ ਆ ਗਈਆਂ, ਆ ਬ੍ਰਾਂਚਿਸ ਆ ਗਈਆਂ। ਠੀਕ ਹੈ, ਹੋਰ ਕੀ ਹੈ, ਲੀਵਸ ਆ ਗਈਆਂ, ਫਲਾਵਰਸ ਆ ਗਏ, ਇਹ ਸਾਰਾ ਕੁਛ ਸ਼ੂਟ ਸਿਸਟਮ 'ਚ ਆ ਜਾਂਦਾ। ਰੂਟਸ ਵਿੱਚ ਆ ਜਾਂਦੀਆਂ ਉਹਦੀ ਜੜ੍ਹਾਂ, ਜੋ ਵੀ ਮਿੱਟੀ ਦੇ ਅੰਦਰ ਜੜ੍ਹਾਂ ਹੈ ਉਹ ਸਾਰਾ ਕੁਛ ਆ ਜੂਗਾ ਹੁੰਦੀਆਂ ਰੂਟ ਸਿਸਟਮ ਦੇ ਵਿੱਚ। ਠੀਕ ਹੈ, ਹੁਣ ਆ ਗਿਆ ਆਪਣੇ ਮੇਨ ਗੱਲ ਆਰਗੈਨਿਜ਼ਮ। ਹੁਣ ਆਪਣਾ ਮੋਲੀਕਿਊਲਸ ਨੂੰ ਜੋੜ ਕੇ ਸੈੱਲ ਬਣ ਗਿਆ ਸੀ, ਸੈੱਲ ਨੂੰ ਜੋੜ ਕੇ ਟਿਸ਼ੂ, ਟਿਸ਼ੂ ਨੂੰ ਜੋੜ ਕੇ ਆਰਗਨ, ਆਰਗਨ ਨੂੰ ਜੋੜ ਕੇ ਆਰਗਨ ਲੈਵਲ, ਹੁਣ ਆਰਗਨ ਲੈਵਲਸ ਨੂੰ ਜੋੜ ਕੇ ਬਣ ਗਿਆ ਆਰਗੈਨਿਜ਼ਮ। ਠੀਕ ਹੈ, ਤਾਂ ਕਹਿੰਦੇ ਜਿਹੜੇ ਸਾਰੇ ਆਪਣੇ ਆਰਗਨ ਸਿਸਟਮ ਦੇ ਸਾਰੇ ਜਦੋਂ ਪ੍ਰੋਪਰ ਕੋਆਰਡੀਨੇਟਡ ਮੈਨਰ ਨਾਲ ਕੰਮ ਕਰਦੇ ਆ ਤਾਂ ਇੱਕ ਜਿਹੜਾ ਆਰਗੈਨਿਜ਼ਮ ਹੈ ਉਹ ਵੀ ਵੈਲ ਆਰਗਨਾਈਜ਼ਡ ਸਿਸਟਮ ਨਾਲ ਕੰਮ ਕਰਦਾ ਹੈ, ਜਿਹਦੇ ਵਿੱਚ ਆਪਣਾ ਆਰਗਨ ਸਿਸਟਮ, ਆਰਗਨ, ਟਿਸ਼ੂ, ਸੈੱਲ ਸਾਰੇ ਕੰਬਾਈਨ ਹੋ ਜਾਂਦੇ ਆ। ਠੀਕ ਹੈ, ਅਤੇ ਸੈੱਲ ਆਪਣਾ ਕੀ ਹੈ ਸਮੋਲੈਸਟ ਹੈਗਾ ਆਰਗੈਨਿਜ਼ਮ ਦਾ। ਜਿਵੇਂ ਆਹ ਵਾਲਾ ਆਰਗੈਨਿਜ਼ਮ ਹੈ ਇਹਦੇ ਵਿੱਚ ਸੈੱਲਸ ਵੀ ਹੈਗੇ, ਇਹਦੇ ਵਿੱਚ ਟਿਸ਼ੂਜ਼ ਵੀ ਹੈਗੇ, ਇਹਦੇ ਵਿੱਚ ਆਰਗਨ ਲੈਵਲ ਵੀ ਹੈਗਾ, ਸਾਰਾ ਕੁਛ ਹੈਗਾ ਇਹਦੇ ਵਿੱਚ। ਠੀਕ ਹੈ, ਇਹ ਹੁੰਦਾ ਆਰਗੈਨਿਜ਼ਮ। ਲੈਵਲ ਆਫ ਆਰਗਨਾਈਜੇਸ਼ਨ ਹਾਇਰ ਟੂ ਆਰਗੈਨਿਜ਼ਮ। ਹੁਣ ਆਪਾਂ ਆਰਗੈਨਿਜ਼ਮ ਪੜ੍ਹ ਲਿਆ ਸੀ, ਨੀਚਲੇ ਸਾਰੇ ਲੈਵਲ ਪੜ੍ਹ ਲਏ ਸੀ, ਹੁਣ ਆਪਾਂ ਪੜ੍ਹਨ ਲੱਗੇ ਸਾਰੇ ਉੱਪਰਲੇ ਲੈਵਲ। ਉੱਪਰਲੇ ਲੈਵਲ ਵਿੱਚ ਆ ਜਾਊਗਾ ਬਾਇਓਟਿਕ, ਏ ਬਾਇਓਟਿਕ, ਉਹ ਸਾਰਾ ਈਕੋਸਿਸਟਮ, ਉਹ ਸਾਰਾ ਕੁਛ ਆਪਾਂ ਹਾਇਰ ਟੂ ਆਰਗਨਾਈਜੇਸ਼ਨ ਪੜ੍ਹਾਂਗੇ। ਕਹਿੰਦੇ ਇਕੱਲਾ ਜਿਹੜਾ ਆਰਗੈਨਿਜ਼ਮ ਹੈ, ਹੁਣ ਐਂ ਥੋੜ੍ਹੀ ਵੀ ਤੁਹਾਨੂੰ ਇਕੱਲੇ ਇੱਕ ਰੂਮ 'ਚ ਬਿਠਾਤਾ, ਨਾ ਤੁਸੀਂ ਖਾ ਸਕਦੇ ਹੋ, ਨਾ ਪੀ ਸਕਦੇ ਹੋ, ਨਾ ਤੁਸੀਂ ਵਾਸ਼ਰੂਮ ਜਾਣਾ ਹੈ, ਨਾ ਤੁਸੀਂ ਖੇਲਣਾ, ਕੁਛ ਨਹੀਂ ਕਰਨਾ, ਸਿਰਫ ਰੂਮ 'ਚ ਬੈਠੇ ਰਹੋ, ਫਿਰ ਤੁਸੀਂ ਜੀ ਲਓਗੇ ਇੱਦਾਂ? ਨਹੀਂ ਨਾ। ਤਾਂ ਕੋਈ ਆਰਗੈਨਿਜ਼ਮ ਕਹਿੰਦੇ ਆਈਸੋਲੇਸ਼ਨ ਵਿੱਚ ਸਰਵਾਈਵ ਨਹੀਂ ਕਰ ਸਕਦਾ, ਵੀ ਕੋਈ ਨਾ ਏਅਰ ਆਸੇ ਪਾਸੇ, ਨਾ ਕੋਈ ਲੀਫ ਹੈ, ਨਾ ਕੁਛ ਹੈ, ਕੁਛ ਨਹੀਂ ਹੈਗਾ ਆਸੇ ਪਾਸੇ, ਤਾਂ ਆਪਾਂ ਉੱਥੇ ਸਰਵਾਈਵ, ਉੱਥੇ ਆਪਾਂ ਲਾਈਵ ਨਹੀਂ ਰਹਿ ਸਕਦੇ। ਤਾਂ ਆਪਾਂ ਨੂੰ ਵਧੀਆ ਰਹਿਣ ਲਈ ਕੀ ਹੈ, ਬੋਥ ਲਿਵਿੰਗ ਅਤੇ ਨੋਨ ਲਿਵਿੰਗ ਕੰਪੋਨੈਂਟਸ ਨਾਲ ਇੰਟਰੈਕਟ ਕਰਨਾ ਹੀ ਪੈਂਦਾ ਹੈ। ਲਿਵਿੰਗਸ ਮਤਲਬ ਆਪਾਂ ਨੂੰ ਪਲਾਂਟਸ ਵਗੈਰਾ ਵੀ ਲੈਣੇ ਪੈਂਦੇ ਆ, ਪਲਾਂਟਸ ਵਗੈਰਾ ਵੀ ਆਪਾਂ ਨੂੰ ਮਤਲਬ ਕਿ ਖਾਣਾ ਪੈਂਦਾ ਹੈ, ਜਾਂ ਆਪਾਂ ਲਿਵਿੰਗ ਆਰਗੈਨਿਜ਼ਮ ਆਪਾਂ ਨੂੰ ਹਵਾ ਵਿੱਚ, ਲਿਵਿੰਗ ਹਵਾ ਨਹੀਂ ਆਊਗੀ, ਲਿਵਿੰਗ ਵਿੱਚ ਜਿਵੇਂ ਹੋਰ ਡਿਫਰੈਂਟ ਐਨੀਮਲਸ ਨਾਲ ਵੀ ਆਪਾਂ ਇੰਟਰੈਕਟ ਕਰਦੇ ਹਾਂ, ਨੋਨ ਲਿਵਿੰਗ 'ਚ ਆਪਾਂ ਏਅਰਸ ਵੀ ਵੇਖਦੇ ਹਾਂ। ਠੀਕ ਹੈ, ਤਾਂ ਆਪਾਂ ਨੂੰ ਕੀ ਲਿਵਿੰਗ ਅਤੇ ਨੋਨ ਲਿਵਿੰਗ ਦੋਨੋਂ ਮਤਲਬ ਲੈਵਲਸ ਨਾਲ ਰਹਿਣਾ ਪੈਂਦਾ। ਦਿਸ ਇੰਟਰੈਕਸ਼ਨ ਫਾਰਮ ਡਿਫਰੈਂਟ ਲੈਵਲ ਆਫ ਆਰਗਨਾਈਜੇਸ਼ਨ ਅਬਵ ਦ ਆਰਗੈਨਿਜ਼ਮ। ਹੁਣ ਇਹੀ ਜਿਹੜੀ ਇੰਟਰੈਕਸ਼ਨ ਹੈ ਕਿ ਇੱਕ ਹਿਊਮਨ ਬੀਂਗ ਜਦੋਂ ਲਿਵਿੰਗ ਅਤੇ ਨੋਨ ਲਿਵਿੰਗ, ਲਿਵਿੰਗ ਮਤਲਬ ਬਾਇਓਟਿਕ ਕੰਪੋਨੈਂਟ, ਨੋਨ ਲਿਵਿੰਗ ਮਤਲਬ ਏ ਬਾਇਓਟਿਕ ਕੰਪੋਨੈਂਟ ਨਾਲ ਜਦੋਂ ਇੰਟਰੈਕਟ ਕਰਦਾ ਹੈ ਤਾਂ ਇੰਟਰੈਕਟ ਕਰਨ 'ਤੇ ਉਹਦਾ ਇੱਕ ਡਿਫਰੈਂਟ ਆਰਗਨਾਈਜੇਸ਼ਨ ਲੈਵਲ ਬਣ ਜਾਂਦਾ, ਜਿਹਨੂੰ ਕਹਿੰਦੇ ਆ ਆਰਗਨਾਈਜੇਸ਼ਨ ਲੈਵਲ ਅਬਵ ਦ ਆਰਗੈਨਿਜ਼ਮ। ਠੀਕ ਹੈ, ਇਹਦੇ ਵਿੱਚ ਹੁਣ ਕੀ ਕੁਛ ਆ ਜਾਊਗਾ, ਪੋਪੂਲੇਸ਼ਨ ਲੈਵਲ ਆ ਜਾਊਗਾ, ਕਮਿਊਨਿਟੀ ਲੈਵਲ, ਈਕੋਸਿਸਟਮ ਲੈਵਲ, ਬਾਇਓਸਫੀਅਰ ਲੈਵਲ। ਇਹ ਜਿਹੜਾ ਆਰਗਨਾਈਜੇਸ਼ਨ ਹੈ ਹੋਰ ਵੀ ਕੰਪਲੈਕਸ ਹੋ ਗਿਆ ਸੈੱਲ, ਆਰਗਨ, ਆਰਗਨ ਸਿਸਟਮ, ਆਰਗੈਨਿਜ਼ਮ ਤੋਂ, ਇਹ ਹੋਰ ਵੀ ਕੰਪਲੈਕਸ ਹੈ। ਠੀਕ ਹੈ, ਫਸਟ ਆ ਗਿਆ ਆਪਣੇ ਕੋਲ ਈਕੋਸਿਸਟਮ। ਈਕੋਸਿਸਟਮ ਹੁੰਦੇ ਆ ਕਿ ਜਿਹੜੇ ਆਪਣੇ ਬਾਇਓਟਿਕ ਕਮਿਊਨਿਟੀ ਅਤੇ ਏ ਬਾਇਓਟਿਕ ਵਿੱਚ ਜਿੰਨੇ ਵੀ ਮੈਂਬਰਸ ਆ ਜਾਂਦੇ ਆ, ਪੂਰੇ ਇਨਵਾਇਰਮੈਂਟ ਵਿੱਚ ਜਿੰਨੇ ਵੀ ਮੈਂਬਰਸ ਹੈ, ਭਲਾ ਉਹ ਬਾਇਓਟਿਕ ਹੈ, ਭਲਾ ਉਹ ਲਿਵਿੰਗ ਹੈ, ਭਲਾ ਉਹ ਨੋਨ ਲਿਵਿੰਗ ਹੈ, ਏ ਬਾਇਓਟਿਕ ਹੈ, ਉਹਨੂੰ ਸਾਰੇ ਨੂੰ ਆਪਾਂ ਬੋਲਦੇ ਹਾਂ ਈਕੋਸਿਸਟਮ। ਠੀਕ ਹੈ, ਈਕੋਸਿਸਟਮ ਦੇ ਵਿੱਚ ਕੀ ਹੈ, ਜਿਹੜੇ ਲਿਵਿੰਗ ਆਰਗੈਨਿਜ਼ਮਸ ਹੈ
ਉਹ ਇੱਕ ਦੂਜੇ ਦੀ ਲਾਈਫ ਨੂੰ ਇਫੈਕਟ ਕਰਦੇ ਆ। ਇਫੈਕਟ ਮਤਲਬ ਕਿ ਇੱਕ ਦੂਜੇ 'ਤੇ ਡਿਪੈਂਡ ਹੁੰਦੇ ਆ, ਇੰਟਰਡਿਪੈਂਡੈਂਸ ਹੁੰਦੀ ਹੈ। ਜਿਵੇਂ ਇੰਟਰਡਿਪੈਂਡੈਂਸ ਕਿਵੇਂ ਹੈ, ਮੰਨ ਲਓ ਫੂਡ ਚੇਨ ਹੁੰਦੀ ਹੈ, ਉੱਥੇ ਫੂਡ ਵੈਬ ਹੁੰਦੀ ਹੈ ਵੀ ਉਸ ਐਨੀਮਲ ਨੇ ਉਸ ਐਨੀਮਲ ਨੂੰ ਖਾਧਾ, ਉਸ ਐਨੀਮਲ ਨੇ ਗਾਂ ਪਲਾਂਟ ਖਾਧਾ, ਫਿਰ ਪਲਾਂਟਸ ਨੇ ਮਤਲਬ ਕਿ ਸਨਲਾਈਟ ਵਗੈਰਾ ਲਈ ਆਕਸੀਜਨ ਛੱਡੀ, ਆਪਾਂ ਉਹੀ ਆਕਸੀਜਨ ਲੈ ਰਹੇ ਹਾਂ। ਮਤਲਬ ਹਰੇਕ ਚੀਜ਼ ਕੀ ਹੈ ਇੱਕ ਦੂਜੇ 'ਤੇ ਡਿਪੈਂਡ ਹੋਈ ਵੀ ਹੈ। ਆਪਣੇ ਐਟਮੋਸਫੀਅਰ, ਆਪਣੇ ਇਕੋਸਿਸਟਮ ਦੇ ਵਿੱਚ ਹਰੇਕ ਚੀਜ਼ ਇੱਕ ਦੂਜੇ 'ਤੇ ਡਿਪੈਂਡ ਹੈ। ਡਿਪੈਂਡ ਕਿਵੇਂ ਹੈ, ਫੂਡ ਚੇਨ, ਫੂਡ ਵੈਬ ਦੀ ਫਾਰਮ 'ਚ। ਤਾਂ ਜਦੋਂ ਕਹਿੰਦੇ ਟਰਾਂਸਫਰ ਹੁੰਦੀ ਹੈ ਐਨਰਜੀ ਵਨ ਔਰਗੈਨਿਜ਼ਮ ਟੂ ਅਨਦਰ ਔਰਗੈਨਿਜ਼ਮ, ਇਹ ਹਮੇਸ਼ਾ ਸਾਰਾ ਕੁਛ ਹੁੰਦਾ ਹੈ ਫੂਡ ਚੇਨ ਲੈਵਲ, ਇਹਨੂੰ ਬੋਲਦੇ ਹਾਂ ਆਪਾਂ। ਇਹ ਅਨਦਰ ਲੈਵਲ ਆ ਜਾਂਦਾ ਫੂਡ ਚੇਨ ਵਿੱਚ, ਜਦੋਂ ਆਪਾਂ ਇੱਕ ਦੂਜੇ 'ਤੇ ਇੰਟਰਡਿਪੈਂਡੈਂਸ ਹੋਣਾ ਸ਼ੁਰੂ ਹੋ ਜਾਂਦੇ ਹਾਂ। ਨੈਕਸਟ ਆ ਗਿਆ ਆਪਣਾ ਬਾਇਓਸਫੀਅਰ ਲੈਵਲ। ਬਾਇਓਸਫੀਅਰ ਲੈਵਲ ਦਾ ਮਤਲਬ ਕਿ ਦ ਪਾਰਟ ਆਫ ਯੂਨੀਵਰਸ ਦੈਟ ਸਪੋਰਟ ਲਾਈਫ, ਵੀ ਉਹ ਪਾਰਟ ਆਫ ਯੂਨੀਵਰਸ ਜਿਹਦੇ ਵਿੱਚ ਲਾਈਫ ਐਗਜ਼ਿਸਟ ਕਰਦੀ ਹੈ। ਜਿਵੇਂ ਜਿਹਦੇ ਵਿੱਚ ਲੈਂਡ ਹੋਊਗੀ, ਵਾਟਰ ਹੋਊ, ਏਅਰ ਹੋਊ, ਉਹ ਆਪਾਂ ਕਹਾਂਗੇ ਬਾਇਓਸਫੀਅਰ ਹੈ, ਜਿਹਦੇ ਵਿੱਚ ਆਪਾਂ ਈਜ਼ੀਲੀ ਰਹਿ ਸਕਦੇ ਹਾਂ। ਉਹ ਬਾਇਓਸਫੀਅਰ ਵੀ ਫਰਦਰ ਹਾਈਡਰੋਸਫੀਅਰ, ਲਿਥੋਸਫੀਅਰ ਅਤੇ ਐਟਮੋਸਫੀਅਰ ਵਿੱਚ ਡਿਵਾਈਡਡ ਹੁੰਦੀ ਹੈ। ਹਾਈਡਰੋ ਮਤਲਬ ਜਿਹਦੇ ਵਿੱਚ ਪਾਣੀ ਵਗੈਰਾ ਹੋਊਗਾ, ਲਿਥੋਸਫੀਅਰ ਜਿਹਦੇ ਲੈਂਡ ਵਗੈਰਾ ਵੀ ਪ੍ਰੋਪਰ ਹੈ, ਕਲਟੀਵੇਸ਼ਨ ਪ੍ਰੋਪਰ ਕਰ ਸਕਦੇ ਹਾਂ ਆਪਾਂ, ਕਲਟੀਵੇਸ਼ਨ ਵਗੈਰਾ। ਐਟਮੋਸਫੀਅਰ ਜਿਹਦੇ ਵਿੱਚ ਏਅਰ ਵਗੈਰਾ ਪ੍ਰੋਪਰ ਅਮਾਊਂਟ 'ਚ ਹੋਊਗੀ, ਤਾਂ ਉਹ ਸਾਰਾ ਕੁਛ ਆ ਜਾਊਗਾ ਬਾਇਓਸਫੀਅਰ ਲੈਵਲ ਵਿੱਚ। ਨੈਕਸਟ ਆ ਗਿਆ ਆਪਣੇ ਕੋਲ ਬਾਇਓਮ। ਬਾਇਓਮੀ ਦਾ ਮਤਲਬ ਕੀ ਹੈ, ਇਟ ਇਜ਼ ਅ ਕਲੈਕਸ਼ਨ ਆਫ ਈਕੋਸਿਸਟਮ ਇਨ ਅ ਜਿਓਗ੍ਰਾਫੀਕਲ ਏਰੀਆ। ਮਤਲਬ ਆਪਾਂ ਉੱਦਾਂ ਦਾ ਇੱਕ ਜਿਓਗ੍ਰਾਫੀਕਲ ਏਰੀਆ ਲੈਣਾ ਜਿਨ੍ਹਾਂ ਦੀ ਸੇਮ ਕਲਾਈਮੈਟਿਕ ਕੰਡੀਸ਼ਨ ਹੈ। ਆ ਸਾਰਾ ਜਿਵੇਂ ਮੰਨ ਲਓ ਆ ਵੀ ਹੈ ਆਪਣੇ ਕੋਲ, ਆ ਵੀ ਹੈ, ਜੋ ਸਾਰੀ ਆਪਾਂ ਬਾਇਓਲੋਜੀਕਲ ਇਹ ਚੀਜ਼ ਇਕੱਠੀ ਕਰ ਲਈ ਤਾਂ ਉਹਨੂੰ ਆਪਾਂ ਬੋਲਦੇ ਹਾਂ ਬਾਇਓਮੀਨਸ। ਟ੍ਰੋਪੀਕਲ ਰੇਨ ਫੋਰੈਸਟ ਹੋ ਗਏ, ਜਿਵੇਂ ਟੈਂਪਰੇਟ ਫੋਰੈਸਟ, ਐਲਪਾਈਨ ਫੋਰੈਸਟ, ਡੈਜ਼ਰਟ, ਓਸ਼ੀਅਨ, ਇਹ ਸਾਰੀਆਂ ਕੀ ਐਗਜ਼ਾਮਪਲਸ ਹੈ ਬਾਇਓਮਸ ਦੀਆਂ। ਹੁਣ ਆ ਗਿਆ ਆਪਣੇ ਕੋਲ ਹਾਈਡਰੋਸਫੀਅਰ। ਹਾਈਡਰੋ ਮਤਲਬ ਵਾਟਰ, ਜਿਹਦੇ ਵਿੱਚ ਵੀ ਵਾਟਰ ਦੀ ਗੱਲ ਆ ਗਈ, ਜਿਵੇਂ ਵਾਟਰ ਬੋਡੀਜ਼, ਪੌਂਡਸ, ਲੇਕ, ਸਟਰੀਮ, ਰਿਵਰਸ, ਇਹ ਸਾਰਾ ਵਿੱਚ ਕਾਹਦੇ ਵਿੱਚ ਆ ਜਾਂਦੀ ਹੈ, ਹਾਈਡਰੋਸਫੀਅਰ ਆ ਜਾਂਦੀ ਹੈ। ਅਤੇ ਜਿਹੜੇ ਔਰਗੈਨਿਜ਼ਮ ਵਾਟਰ ਦੇ ਵਿੱਚ ਰਹਿੰਦੇ, ਜਿਵੇਂ ਫਿਸ਼ਿਜ਼ ਵਗੈਰਾ ਰਹਿੰਦੀਆਂ, ਫਰੋਗਸ ਵਗੈਰਾ ਜਾਂਦੇ ਆ, ਉਹਨਾਂ ਨੂੰ ਆਪਾਂ ਬੋਲਦੇ ਹਾਂ ਐਕੁਐਟਿਕ ਔਰਗੈਨਿਜ਼ਮਸ। ਠੀਕ ਹੈ। ਲਿਥੋਸਫੀਅਰ ਕੀ ਹੈ, ਲਿਥੋਸਫੀਅਰ ਮਤਲਬ ਸੋਲਿਡ ਸਰਫੇਸ ਆਫ ਅਰਥ, ਜਿਹਦੇ ਵਿੱਚ ਸਾਰਾ ਅੱਪਰ ਸਰਫੇਸ ਆ ਜੂਗੀ, ਪੂਰੀ ਅੱਪਰ ਸਰਫੇਸ ਆ ਜੂਗੀ ਅਰਥ ਦੀ, ਜਿਹਦੇ ਵਿੱਚ ਪਲਾਂਟ ਵਗੈਰਾ ਉੱਗ ਸਕਦੇ ਹੈ। ਡੀਪਰ ਲੇਅਰ ਵਿੱਚ ਜੋ ਰੂਟਸ ਵਗੈਰਾ ਉੱਗਦੀਆਂ ਆਰਾਮ ਨਾਲ, ਜਾਂ ਐਨੀਮਲਸ ਕੀ ਹੈ ਨੀਚੇ ਉਹ ਖੋਦ ਕੇ ਨੀਚੇ ਰਹਿਣਾ ਸ਼ੁਰੂ ਕਰ ਦਿੰਦੇ ਹੈ। ਤਾਂ ਇਹਦੇ ਵਿੱਚ ਸਾਰੀ ਮਿੱਟੀ ਅਤੇ ਸਾਰੇ ਤਰ੍ਹਾਂ ਦੇ ਰੌਕਸ ਦੀ ਜਦੋਂ ਗੱਲ ਹੋਊਗੀ ਉਦੋਂ ਆਪਾਂ ਲਿਥੋਸਫੀਅਰ ਦੀ ਗੱਲ ਕਰਾਂਗੇ। ਠੀਕ ਹੈ। ਐਟਮੋਸਫੀਅਰ ਕੀ ਹੈ, ਐਟਮੋਸਫੀਅਰ ਇੱਕ ਗੈਸ਼ੀਅਸ ਕਵਰਿੰਗ ਹੈ, ਜਿਹੜੀ ਗੈਸ਼ੀਅਸ ਕਵਰਿੰਗ ਜਿਹੜਾ ਏਅਰ ਐਜ਼ ਅ ਬਲੈਂਕੇਟ ਕੰਮ ਕਰ ਰਿਹਾ, ਐਟਮੋਸਫੀਅਰ ਦੇ ਉੱਪਰ ਏਅਰ ਐਜ਼ ਅ ਬਲੈਂਕੇਟ ਕੰਮ ਕਰ ਰਿਹਾ। ਠੀਕ ਹੈ। ਤਾਂ ਉਹਦੇ ਵਿੱਚ ਕੀ ਹੈ, ਜਿਹੜੀ ਆਪਣੀ ਆਹ ਐਟਮੋਸਫੀਅਰ ਹੈ, ਇਹ ਐਟਮੋਸਫੀਅਰ ਦਾ ਮੇਨ ਕੰਮ ਕੀ ਹੈ ਕਿ ਜਿਹੜਾ ਐਟਮੋਸਫੀਅਰ ਦੇ ਆਸੇ ਪਾਸੇ ਏਅਰ ਹੁੰਦੀ ਹੈ ਨਾ, ਬਲੈਂਕੇਟ ਆਫ ਏਅਰ, ਇੱਥੇ ਓਜ਼ੋਨ ਲੇਅਰ ਪ੍ਰੈਜ਼ੈਂਟ ਹੁੰਦੀ ਹੈ, ਓਜ਼ੋਨ ਲੇਅਰ। ਤਾਂ ਓਜ਼ੋਨ ਲੇਅਰ ਕੀ ਕਰਦੀ ਹੈ ਕਿ ਜਦੋਂ ਹਾਰਮਫੁਲ ਸਨ ਤੋਂ ਲਾਈਟ ਰੇਡੀਏਸ਼ਨਸ ਐਂਟਰ ਹੁੰਦੀਆਂ ਅਰਥ ਵਿੱਚ, ਹਾਰਮਫੁਲ ਅਲਟਰਾਵਾਇਲਟ ਰੇਡੀਏਸ਼ਨਸ ਐਂਟਰ ਹੁੰਦੀਆਂ ਅਰਥ ਵਿੱਚ, ਤਾਂ ਇਹਨੂੰ ਰਿਫਲੈਕਟ ਬੈਕ ਕਰ ਦਿੰਦੀ ਹੈ ਓਜ਼ੋਨ ਲੇਅਰ, ਤਾਂ ਆਪਾਂ ਨੂੰ ਹਾਰਮਫੁਲ ਅਲਟਰਾਵਾਇਲਟ ਰੇਡੀਏਸ਼ਨਸ ਤੋਂ ਪ੍ਰੋਟੈਕਟ ਕਰਦੀ ਹੈ। ਤਾਂ ਇਹ ਮੇਨ ਕੰਮ ਆਪਣੇ ਐਟਮੋਸਫੀਅਰ ਦਾ। ਜਿਹੜੇ ਵੀ ਔਰਗੈਨਿਜ਼ਮਸ ਹੈਗੇ ਆ ਇਹ ਐਟਮੋਸਫੀਅਰ ਵਿੱਚ 7 to 8 ਕਿਲੋਮੀਟਰ ਅਬਵ ਦਾ ਸੀ ਲੈਵਲ ਰਹਿ ਰਹੇ ਹੈ। ਅਤੇ ਜਿਹੜੇ ਬਰਡਸ ਅਤੇ ਇਨਸੈਕਟਸ ਹੈ ਉਹਨੂੰ ਆਪਾਂ ਏਰੀਅਲ ਐਨੀਮਲਸ ਬੋਲਦੇ ਹਾਂ। ਠੀਕ ਹੈ।